ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਕਾਲ ਦੀ ਅਗਾਧ ਗਤੀ ਕਥਨ ਕਰਦੇ ਹਨ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਬਾਹਰ ਜੰਗਲ ਵੱਲ ਗਏ। ਉੱਥੇ ਨਦੀ ਦੇ ਕਿਨਾਰੇ ਇੱਕ ਗਰਭਵਤੀ ਹਿਰਨੀ ਆਪਣੇ ਬੱਚੇ ਨੂੰ ਜਨਮ ਦੇ ਰਹੀ ਸੀ। ਉਸੇ ਸਮੇਂ ਇੱਕ ਝਾੜ ਵਿੱਚ ਲੁਕੇ ਹੋਏ ਸ਼ਿਕਾਰੀ ਨੇ ਹਿਰਨੀ ਦੇ ਤੀਰ ਮਾਰਿਆ। ਤੀਰ ਅਜਿਹੀ ਥਾਂ ਲੱਗਾ ਕਿ ਹਿਰਨੀ ਅਤੇ ਉਸ ਦਾ ਬੱਚਾ ਦੋਵੇਂ ਉਸੇ ਵੇਲੇ ਮਰ ਗਏ। ਉਧਰੋਂ ਝਾੜ ਵਿੱਚੋਂ ਇੱਕ ਜ਼ਹਿਰੀਲੇ ਸੱਪ ਨੇ ਸ਼ਿਕਾਰੀ ਦੇ ਡੰਗ ਮਾਰਿਆ। ਸ਼ਿਕਾਰੀ ਦੇ ਹੱਥਾਂ ਵਿੱਚ ਇੱਕ ਕੁਹਾੜਾ ਸੀ ਜੋ ਉਸ ਕੋਲੋਂ ਹੇਠਾਂ ਡਿੱਗ ਪਿਆ, ਜੋ ਸੱਪ ਦੀ ਸਿਰ ਉੱਪਰ ਵੱਜਾ ਤੇ ਇਹ ਦੋਵੇਂ ਹੀ ਮਰ ਗਏ। ਉਸੇ ਵੇਲੇ ਸ਼ਿਕਾਰੀ ਦੀ ਗਰਭਵਤੀ ਘਰਵਾਲੀ ਰੋਟੀ ਲੈ ਕੇ ਆ ਰਹੀ ਸੀ, ਜਿਸ ਦੇ ਪੇਟ ਵਿੱਚ ਸ਼ਿਕਾਰੀ ਦਾ ਬੱਚਾ ਸੀ। ਉਹ ਆਪਣੇ ਪਤੀ ਨੂੰ ਮਰਿਆ ਦੇਖ ਕੇ ਉਸ ਦੇ ਨਾਲ ਹੀ ਚਿਖਾ ਵਿੱਚ ਸਤੀ ਹੋ ਗਈ। ਇਹ ਸਭ ਕੁਝ ਦੇਖ ਕੇ ਭਗਤ ਕਬੀਰ ਸਾਹਿਬ ਜੀ ਨੇ ਕਾਲ ਦੀ ਅਗਾਧ ਗਤੀ ਨੂੰ ਕਥਨ ਕਰਦਿਆਂ ਇਹ ਸ਼ਲੋਕ ਉਚਾਰਨ ਕੀਤਾ। ਕਬੀਰ ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੈ ਚਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇੱਕ ਹਿਰਨੀ ਦੇ ਮਰਨ ਨਾਲ ਉਸ ਦਾ ਬੱਚਾ ਵੀ ਮਰ ਗਿਆ। ਇਸ ਤਰ੍ਹਾਂ ਦੋ ਜਾਣੇ ਮਰ ਗਏ ਅਤੇ ਇਹਨਾਂ ਦੋਵਾਂ ਦੇ ਮਰਨ ਨਾਲ ਉਧਰ ਸ਼ਿਕਾਰੀ ਅਤੇ ਸੱਪ ਵੀ ਮਰ ਗਿਆ। ਇਸ ਤਰ੍ਹਾਂ ਚਾਰੇ ਮਾਰੇ ਗਏ। ਚਾਰ ਮਰਨ ਤੈ ਛਹ ਮੂਏ, ਚਾਰ ਪੁਰਖ ਦੋਏ ਨਾਰ। ਇਹਨਾਂ ਚੌਹਾਂ ਦੇ ਮਰਨ ਤੋਂ ਬਾਅਦ ਸ਼ਿਕਾਰੀ ਦੀ ਘਰਵਾਲੀ ਅਤੇ ਉਸ ਦੇ ਪੇਟ ਵਿਚਲਾ ਬੱਚਾ ਵੀ ਮਰ ਗਿਆ। ਇਸ ਪ੍ਰਕਾਰ 6 ਜਾਣੇ ਮਰ ਗਏ, ਜਿਨ੍ਹਾਂ ਵਿੱਚ 4 ਪੁਰਖ ਅਤੇ 2 ਇਸਤਰੀ ਰੂਪ ਵਿੱਚ ਸਨ, ਭਾਵ ਸ਼ਿਕਾਰੀ, ਹਿਰਨੀ ਦਾ ਬੱਚਾ, ਸੱਪ ਅਤੇ ਸ਼ਿਕਾਰੀ ਦੀ ਘਰਵਾਲੀ ਦੇ ਪੇਟ ਵਿਚਲਾ ਬੱਚਾ। ਇਹ ਚਾਰੇ ਪੁਰਖ ਅਤੇ ਹਿਰਨੀ ਅਤੇ ਸ਼ਿਕਾਰੀ ਦੀ ਘਰਵਾਲੀ, ਇਹ 2 ਇਸਤਰੀਆਂ ਸਨ। ਸਾਧ ਸੰਗਤ ਜੀ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਸਾਖੀ ਆਉਂਦੀ ਹੈ, ਜਿਹੜੀ ਇਹ ਕਾਲ ਦੀ ਅਗਾਧ ਗਤੀ ਕਬੀਰ ਸਾਹਿਬ ਜੀ ਇੱਥੇ ਦੱਸ ਰਹੇ ਹਨ। ਇਸ ਦੇ ਨਾਲ ਹੀ ਮਿਲਦੀ ਹੋਈ ਕਾਲ ਦੀ ਗਤੀ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ ਮਿਲਦੀ ਹੈ। ਕਲਗੀਧਰ ਜੀ ਨੇ ਕਾਲ ਦੀ ਗਤੀ ਦਾ ਚੱਕਰ ਆਪਣੇ ਸਾਹਮਣੇ ਚੱਲਦਾ ਹੋਇਆ ਦੇਖਿਆ। ਸਤਿਗੁਰੂ ਜੀ ਦਰਿਆ ਸਤਲੁਜ ਦੇ ਕਿਨਾਰੇ ਬਿਭੌਰ ਸਾਹਿਬ ਵਾਲੀ ਥਾਂ ਤੇ ਬਿਰਾਜਮਾਨ ਸਨ। ਉੱਥੇ ਬੜਾ ਭਾਰੀ ਦਰਿਆ ਜੋ ਅੱਜ ਵੀ ਵਗ ਰਿਹਾ ਹੈ। ਉਸ ਦਰਿਆ ਦੇ ਪਰਲੇ ਪਾਸੇ ਤੋਂ ਇੱਕ ਬਾਰਾਸਿੰਘਾ ਪਾਣੀ ਪੀਣ ਲਈ ਆਇਆ। ਉਸ ਦੀ ਚਮਕਦੀ ਅੱਖ ਦੇਖ ਕੇ ਇੱਕ ਮੱਛੀ ਉਤਾਂਹ ਨੂੰ ਉਛਲੀ, ਜੋ ਉਸ ਦੇ ਸਿੰਗ ਵਿੱਚ ਵਿੰਨੀ ਗਈ। ਮੱਛੀ ਨੂੰ ਦੇਖ ਕੇ ਆਕਾਸ਼ ਵਿੱਚੋਂ ਇੱਕ ਇੱਲ ਝਪਟ ਪਈ। ਉਹ ਇੱਲ ਵੀ ਤੇਜ਼ੀ ਨਾਲ ਝਪੱਟਾ ਮਾਰਨ ਕਰਕੇ ਸਿੰਗਾਂ ਦੇ ਵਿੱਚ ਹੀ ਪਰੋਈ ਗਈ। ਉਧਰੋਂ ਸ਼ਿਕਾਰੀ ਨੇ ਤੀਰ ਵਿੰਨ ਕੇ ਬਾਰਾਸਿੰਘੇ ਦੇ ਤੀਰ ਮਾਰਿਆ। ਤੀਰ ਮਾਰਨ ਤੋਂ ਬਾਰਾਸਿੰਘਾ ਵੀ ਮਾਰਿਆ ਗਿਆ। ਇਹ ਕੌਤਕ ਦੇਖ ਕੇ ਸਤਿਗੁਰਾਂ ਨੇ ਅਕਾਲ ਉਸਤਤ ਨਾਮੀ ਬਾਣੀ ਵਿੱਚ ਇਹ ਬਚਨ ਕਹੇ। ਜਲ ਕਹਾਂ ਥਲ ਕਹਾਂ, ਗगन के गौन कहाँ, काल के बनाए सब है, काल ही चबाहेंगे। ਦੇਖੋ, ਪਾਣੀ ਵਿੱਚ ਰਹਿਣ ਵਾਲੀ ਮੱਛੀ ਕਿੱਥੇ, ਥਲ ਤੇ ਰਹਿਣ ਵਾਲਾ ਬਾਰਾਸਿੰਘਾ ਕਿੱਥੇ ਅਤੇ ਆਕਾਸ਼ ਵਿੱਚ ਰਹਿਣ ਵਾਲੀ ਇੱਲ ਕਿੱਥੇ, ਪਰ ਕਾਲ ਨੇ ਸਾਰੇ ਇਕੱਠੇ ਕਰਕੇ ਮਾਰ ਦਿੱਤੇ। ਇਸ ਦਾ ਦੂਸਰਾ ਅਰਥ ਇਹ ਹੈ, ਕਬੀਰ ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੈ ਚਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਅਗਿਆਨ ਦੇ ਮਰਨ ਨਾਲ ਬੁਰਾ ਅਤੇ ਭਲਾ ਅਧਿਆਸ, ਇਹ ਦੋਵੇਂ ਮਰ ਜਾਂਦੇ ਹਨ। ਇਹਨਾਂ ਦੋਵਾਂ ਦੇ ਮਰਨ ਨਾਲ ਜੰਮਣ, ਮਰਨ, ਹਰਖ ਤੇ ਸੋਗ, ਇਹ 4 ਮਰ ਜਾਂਦੇ ਹਨ। 4 ਮਰਨ ਤੈ ਛਹ ਮੂਏ, 4 ਪੁਰਖ ਦੋਏ ਨਾਰ। ਇਹਨਾਂ ਚੌਹਾਂ ਦੇ ਮਰਨ ਨਾਲ ਭੁੱਖ ਤੇ ਪਿਆਸ 2 ਹੋਰ ਮਰ ਜਾਂਦੀਆਂ ਹਨ। ਇਸ ਪ੍ਰਕਾਰ
ਕੁੱਲ 6 ਮਰ ਜਾਂਦੇ ਹਨ, ਜਿਨ੍ਹਾਂ ਵਿੱਚ ਜੰਮਣ, ਮਰਨ, ਹਰਖ, ਸੋਗ ਇਹ ਚਾਰੇ ਪੁਰਖ ਰੂਪ ਅਤੇ ਭੁੱਖ ਤੇ ਪਿਆਸ ਇਹ ਦੋਵੇਂ ਇਸਤਰੀ ਰੂਪ ਹਨ। ਸਾਧ ਸੰਗਤ ਜੀ, ਇਸੇ ਤੁਕ ਦਾ ਇੱਕ ਤੀਸਰਾ ਅਰਥ ਵੀ ਹੈ ਜੋ ਇਸ ਪ੍ਰਕਾਰ ਹੈ। ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤੈ ਚਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਹੰਕਾਰ ਦੇ ਮਰਨ ਕਰਕੇ ਦਵੈਤ ਮਰ ਜਾਂਦੀ ਹੈ ਤੇ ਦਵੈਤ ਦੇ ਮਰਨ ਨਾਲ ਚਾਰ ਜਾਣੇ ਕਾਮ, ਕ੍ਰੋਧ, ਲੋਭ ਤੇ ਮੋਹ ਮਰ ਜਾਂਦੇ ਹਨ। ਚਾਰ ਮਰੰਤੈ 6 ਮੂਏ ਚਾਰ ਪੁਰਖ ਦੋਏ ਨਾਰ। ਇਹਨਾਂ ਚਾਰ ਕਾਮ, ਕ੍ਰੋਧ, ਲੋਭ, ਮੋਹ ਦੇ ਮਰਨ ਨਾਲ ਦੋ ਹੋਰ ਆਸਾ ਤੇ ਤ੍ਰਿਸ਼ਨਾ ਮਰ ਜਾਂਦੀਆਂ ਹਨ। ਇਸ ਪ੍ਰਕਾਰ ਇਹ 6 ਮਰ ਗਏ। ਇਹਨਾਂ ਵਿੱਚ ਚਾਰ ਕਾਮ, ਕ੍ਰੋਧ, ਲੋਭ ਤੇ ਮੋਹ ਪੁਰਖ ਰੂਪ ਵਿੱਚ ਅਤੇ ਦੋ ਆਸਾ ਤੇ ਤ੍ਰਿਸ਼ਨਾ ਇਸਤਰੀ ਰੂਪ ਵਿੱਚ ਹਨ। ਇਸੇ ਪ੍ਰਕਾਰ ਇਸ ਤੁਕ ਦਾ ਚੌਥਾ ਅਰਥ ਵੀ ਹੈ ਜੋ ਇਸ ਪ੍ਰਕਾਰ ਹੈ। ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤੈ ਚਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਦੇਹ ਅਧਿਆਸ ਦੇ ਮਰਨ ਨਾਲ ਦੋ ਜਾਣੇ ਰਾਗ ਅਤੇ ਦਵੈਕ ਮਰ ਜਾਂਦੇ ਹਨ। ਇਹਨਾਂ ਦੋਹਾਂ ਦੇ ਮਰਨ ਨਾਲ ਬੁਰਾ, ਭਲਾ, ਅਧਿਆਸ, ਹਰਖ ਅਤੇ ਸੋਗ ਇਹ ਚਾਰੇ ਹੀ ਮਰ ਜਾਂਦੇ ਹਨ। ਚਾਰ ਮਰੰਤੈ 6 ਮੂਏ ਚਾਰ ਪੁਰਖ ਦੋਏ ਨਾਰ। ਇਹਨਾਂ ਚੌਹਾਂ ਦੇ ਮਰਨ ਨਾਲ ਦੋ ਜਾਣੇ ਆਸਾ ਤੇ ਤ੍ਰਿਸ਼ਨਾ ਰੂਪੀ ਨਾਰਾਂ ਮਰ ਗਈਆਂ। ਇਸ ਪ੍ਰਕਾਰ ਇਹ 6 ਮਰ ਗਏ, ਅਥਵਾ 5 ਗਿਆਨ ਇੰਦਰੇ ਅਤੇ 6ਵੇਂ ਮਨ ਦੇ ਵਿਸ਼ੇ ਨਿਵਰਤ ਹੋ ਗਏ। ਇਹਨਾਂ ਵਿੱਚ ਬੁਰਾ, ਭਲਾ, ਅਧਿਆਸ, ਹਰਖ ਤੇ ਸੋਗ ਇਹ ਚਾਰੇ ਪੁਰਖ ਰੂਪ ਵਿੱਚ ਅਤੇ ਆਸਾ ਤੇ ਤ੍ਰਿਸ਼ਨਾ ਦੋਵੇਂ ਇਸਤਰੀ ਦੇ ਰੂਪ ਵਿੱਚ ਹਨ। ਤੇ ਇਸ ਤੁਕ ਦਾ ਪੰਜਵਾਂ ਅਰਥ ਹੈ ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤੈ ਚਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਇੱਕ ਪਰਮਾਤਮਾ ਦੇ ਜਸ ਵਿੱਚ ਰਮਣੇ ਕਰਕੇ ਦਵੈਤ ਮਰ ਜਾਂਦੀ ਹੈ। ਦਵੈਤ ਦੇ ਮਰਨ ਕਰਕੇ ਜੀਵ ਸੁੰਦਰ ਜੀਵਨ ਵਾਲਾ ਬਣ ਜਾਂਦਾ ਹੈ। ਚਾਰ ਮਰੰਤੈ 6 ਮੂਏ ਚਾਰ ਪੁਰਖ ਦੋਏ ਨਾਰ। ਇੱਥੇ ਸਾਧ ਸੰਗਤ ਜੀ ਚਾਰ ਦਾ ਮਤਲਬ ਹੈ ਸੁੰਦਰ ਜੀਵਨ ਵਾਲਾ ਬਣ ਜਾਂਦਾ ਹੈ। ਚਾਰ ਮਰੰਤੈ 6 ਮੂਏ ਚਾਰ ਪੁਰਖ ਦੋਏ ਨਾਰ। ਇਸੇ ਪ੍ਰਕਾਰ ਇੱਥੇ ਚਾਰ ਦਾ ਮਤਲਬ ਹੈ ਸੁੰਦਰ ਪਰਮਾਤਮਾ ਦੇ ਜਸ ਵਿੱਚ ਵਿਸ਼ੇਸ਼ ਕਰਕੇ ਰਮਣ ਨਾਲ ਜੀਵ ਦੇ ਖੱਟ ਵਿਕਾਰ ਨਿਵਰਤ ਹੋ ਜਾਂਦੇ ਹਨ। ਇਸ ਪ੍ਰਕਾਰ ਚਾਰ ਯਾਨੀ ਕਿ ਸੁੰਦਰ ਜੀਵਨ ਵਾਲਾ ਪੁਰਖ ਦਵੈਤ ਰੂਪੀ ਇਸਤਰੀ ਦਾ ਭਾਵ ਕਰ ਲੈਂਦਾ ਹੈ, ਅਥਵਾ ਮਾਇਆ ਅਤੇ ਅਵਿਦਿਆ ਇਹ ਦੋਵੇਂ ਇਸਤਰੀਆਂ ਦੀ ਨਿਵਰਤੀ ਕਰ ਲੈਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।